हेलो स्टूडेंट्स, क्लास 12 बिजनेस स्टडी। टॉपिक ਡੀਮੋਨਟਾਈਜੇਸ਼ਨ बहुत इंपॉर्टेंट है। ਡੀਮੋਨਟਾਈਜੇਸ਼ਨ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਡੀਮੋਨਟਾਈਜੇਸ਼ਨ ਕੀ ਸੀ, ਨੋਟਬੰਦੀ। ਠੀਕ ਹੈ, ਨੋਟਬੰਦੀ ਇਹ ਵੀ ਪਤਾ ਵਾ ਕਿ ਆਪਣੇ ਪ੍ਰਾਈਮ ਮਿਨਿਸਟਰ ਹੈ ਜੋ ਨਰਿੰਦਰ ਮੋਦੀ, ਉਹਨਾਂ ਨੇ ਕੀਤਾ ਸੀ 8 ਨਵੰਬਰ 2016 ਵਿੱਚ। ਤਾਂ ਡੀਮੋਨਟਾਈਜੇਸ਼ਨ ਵਿੱਚ ਆਪਾਂ ਦੇਖਣਾ ਕੀ ਕੀ ਇਫੈਕਟ ਪਿਆ ਸੀ। ਹੁਣ ਸਭ ਤੋਂ ਪਹਿਲਾਂ ਤੁਹਾਨੂੰ ਇਹ ਤਾਂ ਪਤਾ ਵਾ ਕਿ ਜਿਹੜੀ ਆਪਣੀ ਇੰਡੀਆ ਦੀ ਸੈਂਟਰਲ ਬੈਂਕ ਹੈ ਉਹ RBI ਹੈ। ਤਾਂ RBI ਦਾ ਮੇਨ ਕੰਮ ਕੀ ਹੁੰਦਾ, ਰਿਜ਼ਰਵ ਬੈਂਕ ਆਫ ਇੰਡੀਆ ਦਾ, ਉਹਨੇ ਸਾਰਾ ਸਿਸਟਮ ਮੋਨੇਟਰੀ ਸਿਸਟਮ ਕੰਟਰੋਲ ਕਰਨਾ ਵਾ, ਮਨੀ ਸਰਕੂਲੇਟ ਕਰਨੀ ਹੈ, ਇਨਫਲੇਸ਼ਨ ਕਰਨਾ, ਪ੍ਰਾਈਸਿਸ ਨੂੰ ਇਨਕਰੀਜ਼ ਕਰਨਾ, ਡਿਕਰੀਜ਼ ਕਰਨਾ, ਸਾਰਾ ਕੁਛ ਉਹਦੇ ਹੱਥ ਦੇ ਵਿੱਚ ਹੈ। ਤਾਂ ਡੀਮੋਨਟਾਈਜੇਸ਼ਨ ਦਾ ਕਹਿੰਦੇ ਮੇਨ ਕੰਮ ਕੀ ਸੀ, ਆਪਾਂ ਅਲੱਗ ਕਰ ਦੇਣਾ ਲੀਗਲ ਟੈਂਡਰ ਤੋਂ। ਸਿੰਪਲ ਵਰਡਸ ਦੇ ਵਿੱਚ ਕਹਿ ਸਕਦੇ ਹਾਂ, ਸੈਂਟਰਲ ਬੈਂਕ ਆਫ ਕੰਟਰੀ ਪੁੱਲ ਆਊਟ ਦਾ ਓਲਡ ਕਰੰਸੀ ਫਰੋਮ ਦਾ ਸਰਕੂਲੇਸ਼ਨ ਐਂਡ ਇੰਟਰੋਡਿਊਸ ਨਿਊ ਨੋਟ ਟੂ ਰਿਪਲੇਸ ਓਲਡ ਵਨ। ਪੁਰਾਣੇ ਨੋਟਾਂ ਨੂੰ ਛੱਡ ਕੇ ਉਹਦੀ ਜਗ੍ਹਾ 'ਤੇ ਆਪਾਂ ਕੀ ਲੈ ਆਏ, ਨਵੇਂ ਨੋਟਸ ਲੈ ਕੇ ਆਉਣਾ। ਸਿਰਫ ਕਿਹਦਾ ਕੰਮ, ਆਪਣੇ ਕੋਲੇ RBI, ਇਸ ਤੋਂ ਇਲਾਵਾ ਹੋਰ ਕੋਈ ਨਹੀਂ ਕਰ ਸਕਦਾ। ਇਹਦਾ ਇੱਕ ਹੀ ਮੇਨ ਮੋਟਿਵ ਹੁੰਦਾ ਵਾ, ਕੀ ਮੇਨ ਮੋਟਿਵ ਹੁੰਦਾ ਕਿ ਜਿਹੜੇ ਆਪਣੇ ਫੇਕ ਆ ਨੋਟ ਅਤੇ ਬਲੈਕ ਮਨੀ ਆ, ਉਹਨਾਂ ਤੋਂ ਆਪਾਂ ਉਹਨਾਂ ਨੂੰ ਕੀ ਕਰਵਾਉਣਾ, ਫ੍ਰੀ ਕਰਵਾਉਣਾ। ਠੀਕ ਹੈ, ਜੋ ਨਕਲੀ ਨੋਟ ਹੁੰਦੇ ਹੈ ਉਹਨਾਂ ਤੋਂ ਆਪਾਂ ਬਿਲਕੁਲ ਫ੍ਰੀ ਕਰਵਾ ਦੇਣਾ। ਤਾਂ ਕਹਿੰਦੇ ਆਪਾਂ ਨੂੰ ਫਿਊਚਰ ਦੇ ਵਿੱਚ ਇਹ ਹੁੰਦਾ ਕਿ ਪੋਜ਼ੀਟਿਵ ਚੇਂਜ ਆਵੇ ਕੈਸ਼ ਦੀ ਫੋਰਮ ਦੇ ਵਿੱਚ, ਡੀਮੋਨਟਾਈਜੇਸ਼ਨ ਜਿਹੜੀਆਂ ਪੋਲਿਸੀ ਸੀ ਉਹ ਵਧੀਆ ਹੋਣ। ਠੀਕ ਹੈ, ਤਾਂ ਇਹ ਸਾਰਾ ਮੇਨ ਇਹਦਾ ਕੰਮ ਕੀ ਸੀ ਡੀਮੋਨਟਾਈਜੇਸ਼ਨ ਦਾ, ਕਿ ਆਪਾਂ ਕਿਹਨੂੰ ਖ਼ਤਮ ਕਰਨਾ ਵਾ, ਫੇਕ ਨੋਟ ਐਂਡ ਬਲੈਕ ਮਨੀ। ਬਲੈਕ ਮਨੀ ਐਂਡ ਫੇਕ ਨੋਟ ਨੂੰ ਆਪਾਂ ਰਿਮੂਵ ਕਰ ਦੇਣਾ। ਠੀਕ ਹੈ, ਇਸੇ ਕਰਕੇ ਉਹ ਕਹਿੰਦੇ ਜਦੋਂ ਆਪਾਂ ਨੋਟ ਚੇਂਜ ਕਰਵਾਉਣੇ ਪੈਂਦੇ ਸੀ, ਜਿਹੜੇ ਲੋਕਾਂ ਨੇ ਇੰਨਾ ਸਾਰਾ ਕਾਲਾ ਧਨ ਵਗੈਰਾ ਹੁੰਦਾ ਸੀ, ਜੋ ਵੀ ਬਲੈਕ ਮਨੀ, ਠੀਕ ਹੈ, ਤਾਂ ਉਹ ਸਾਰੀ ਜਦੋਂ ਬਾਹਰ ਕੱਢਦੇ ਸੀ ਪਤਾ ਲੱਗ ਜਾਂਦਾ ਸੀ ਕੀ ਉਹ 2 ਨੰਬਰ ਦਾ ਕੰਮ ਕਰਦੇ ਪਏ ਹੈ। ਫਿਰ ਆਪਣੇ ਕੋਲੇ ਕੀ ਸੀਗੀ, ਔਨ ਨਵੰਬਰ 8 2016 ਦਾ ਗਵਰਨਮੈਂਟ ਆਫ ਇੰਡੀਆ ਮੇਡ ਅਨਾਊਂਸਮੈਂਟ ਟੂ ਡੀਮੋਨਟਾਈਜੇਸ਼ਨ ਟੂ ਲਾਰਜੈਸਟ ਡੀਮੋਨਟਾਈਜੇਸ਼ਨ ਨੋਟ। ਕਦੋਂ ਕੀਤੀ ਗਈ ਸੀ, ਨਵੰਬਰ 8 2016 ਨੂੰ ਕੀਤੀ ਗਈ ਸੀਗੀ ਅਨਾਊਂਸਮੈਂਟ। 500 ਅਤੇ 1000 ਦੇ ਨੋਟ ਆਪਾਂ ਬੰਦ ਕਰਤੇ ਸੀ, ਉਹਦੀ ਜਗ੍ਹਾ 'ਤੇ ਆਪਾਂ ਕੀ ਲਿਆਏ ਸੀ, ਨਵੇਂ ਨੋਟਸ ਲੈ ਆਏ ਸੀਗੇ। ਕਿਹੜੇ ਲੈ ਕੇ ਆਏ ਸੀਗੇ, 500 ਅਤੇ 2000 ਦੇ। ਜੋ 500 ਦੇ ਪੁਰਾਣੇ ਨੋਟ ਸੀਗੇ ਅਤੇ 1000 ਦੇ ਸੀਗੇ ਉਹ ਬਿਲਕੁਲ ਕੀ ਕਰਤੇ, ਬੰਦ ਕਰਤੇ। ਉਹਦੀ ਜਗ੍ਹਾ 'ਤੇ ਆਪਾਂ 500 ਦੇ ਨਵੇਂ ਨੋਟ ਅਤੇ 2000 ਦਾ ਨਵਾਂ, ਮਤਲਬ 1000 ਤਾਂ ਬਿਲਕੁਲ ਹੀ ਬੰਦ ਕਰਤਾ ਸੀਗਾ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲੇ ਕੀ ਹੈ, ਇਹਦੀਆਂ ਕਿਹੜੀਆਂ ਕਿਹੜੀਆਂ ਫੀਚਰਸ ਹੈ, ਕਰੈਕਟਰਿਸਟਿਕਸ ਹੈ ਡੀਮੋਨਟਾਈਜੇਸ਼ਨ ਦੀਆਂ। ਹਾਂ, ਇਹਦੇ ਵਿੱਚੋਂ ਕਹਿੰਦੇ ਪਰ ਥੋੜ੍ਹਾ ਜਿਹਾ ਇੱਕ ਇੰਪੋਰਟੈਂਟ ਪੁਆਇੰਟ ਹੈ, ਕਹਿੰਦੇ ਪੀਪਲ ਵਰ ਗਿਵਨ 2 months ਆਫ ਟਾਈਮ ਟੂ ਡਿਪੋਜ਼ਿਟ ਦਾ ਇਨਵੈਲਿਡ ਕਰੰਸੀ ਇਨ ਬੈਂਕ, ਸਟ੍ਰਿਕਟ ਰਿਸਟ੍ਰਿਕਸ਼ਨਸ। ਆਪਾਂ ਨੂੰ ਪਤਾ ਨਾ, ਉਹਨੂੰ ਕਢਵਾਉਣ ਦੇ ਲਈ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸੀਗੀਆਂ, ਬਹੁਤ ਸਾਰੀਆਂ ਲੰਮੀਆਂ ਲਾਈਨਸ ਹੁੰਦੀਆਂ ਸੀਗੀਆਂ। ਠੀਕ ਹੈ, ਤਾਂ ਉਹਨਾਂ ਕਰਕੇ ਕਾਫੀ ਜ਼ਿਆਦਾ ਪਰਸਨ ਦੇ ਉੱਪਰ ਇਫੈਕਟ ਵੀ ਪਿਆ ਵਾ। ਤਾਂ ਕਿਹੜੇ ਇਫੈਕਟ ਪਏ ਸੀਗੇ ਆਪਾਂ ਨੂੰ ਪਤਾ ਵਾ ਕਿ ਜੋ ਚੋਰੀ ਵਗੈਰਾ ਸੀਗੀ ਉਹ ਸਾਰੀਆਂ ਚੀਜ਼ਾਂ ਵੱਧ ਗਈਆਂ। ਹੋਰ ਆਪਣਾ ਜੋ ਟੈਰਰਿਸਟ ਵਗੈਰਾ, ਫਿਨਾਂਸ ਵਗੈਰਾ ਨੂੰ ਲੈ ਕੇ ਉਹ ਸਾਰੀਆਂ ਚੀਜ਼ਾਂ ਕਹਿੰਦੇ ਵੱਧਦੀਆਂ ਗਈਆਂ। ਤਾਂ ਹੁਣ ਸਭ ਤੋਂ ਪਹਿਲਾਂ ਆਪਣੇ ਕੋਲੇ ਕੀ ਹੈ, ਫੀਚਰਸ ਕਰੈਕਟਰਿਸਟਿਕ ਡੀਮੋਨਟਾਈਜੇਸ਼ਨ। ਡੀਮੋਨਟਾਈਜੇਸ਼ਨ ਯਾਦ ਰੱਖਣਾ ਕਿ ਕਦੋਂ ਆਪਣਾ ਹੋਇਆ ਸੀਗਾ ਇਹ ਇੰਪਲੀਮੈਂਟ, ਨਵੰਬਰ 8 2016। ਤਾਂ ਫਸਟ ਆਪਾਂ ਇਹਦਾ ਮੇਨ ਮੋਟਿਵ ਕੀ ਸੀਗਾ, ਚੇਂਜ ਇਨ ਕਰੰਸੀ ਨੂੰ ਚੇਂਜ ਕਰਨਾ ਇੱਕ ਹੀ ਮੇਨ ਮੋਟਿਵ ਸੀਗਾ। ਇਹਦੇ ਵਿੱਚ ਕਿਹਨੂੰ ਖ਼ਤਮ ਕਰਨਾ ਸੀਗਾ, ਜੋ ਆਪਣੇ ਕੋਲੇ ਬਿਲਕੁਲ ਪੁਰਾਣੀ ਹੁੰਦੀ ਸੀਗੀ ਉਹ ਸਾਰੀ ਚੀਜ਼ ਨੂੰ ਖ਼ਤਮ ਕਰ ਦੇਣਾ ਸੀਗਾ, ਵੀ ਨਵੀਂ ਚੀਜ਼ਾਂ ਲੈ ਕੇ ਆਉਣੀਆਂ। ਫਿਰ ਕੰਟੀਜੈਂਟ ਹੁੰਦਾ ਮੇ ਔਰ ਮੇ ਨਾਟ ਹੈਪਨ, ਵੀ ਚੀਜ਼ ਹੋ ਵੀ ਸਕਦੀ ਹੈ ਅਤੇ ਨਹੀਂ ਵੀ। ਉਹ ਕਹਿੰਦੇ ਸਕਸੈਸ ਔਰ ਫੇਲੀਅਰ ਇਹ ਡਿਪੈਂਡ ਕਿਹਦੇ ਉੱਪਰ ਕਰਦੇ ਸੀ, ਅਲੱਗ ਇਹਦੇ ਫੈਕਟਰਸ ਹੁੰਦੇ ਸੀ। ਇਹਨਾਂ ਦਾ ਇੱਕ ਹੀ ਓਬਜੈਕਟਿਵ ਸੀਗਾ ਕਿ ਬਲੈਕ ਮਨੀ ਨੂੰ ਆਪਾਂ ਖ਼ਤਮ ਕਰ ਦੇਣਾ। ਠੀਕ ਹੈ, ਤਾਂ ਕਿ ਜਿਹੜੇ ਆ ਕਰਪਸ਼ਨਸ ਵਗੈਰਾ ਵੱਧਦੇ ਪਏ ਹੈ ਉਹ ਸਾਰੀਆਂ ਚੀਜ਼ਾਂ ਆਪਣੀਆਂ ਰੁਕ ਜਾਣ। ਫਿਰ ਸ਼ਾਰਟੇਜ ਉਹ ਕਹਿੰਦੇ ਜਨਰਲੀ ਆਫਟਰ ਡੀਮੋਨਟਾਈਜੇਸ਼ਨ ਪੀਪਲ ਫੇਸ ਕੈਸ਼ ਸ਼ਾਰਟੇਜ ਫੋਰ ਅ ਸ਼ਾਰਟਰ ਪੀਰੀਅਡ। ਥੋੜ੍ਹੇ ਟਾਈਮ ਲਈ ਉਹਨਾਂ ਨੂੰ ਕੀ ਸੀਗਾ, ਕੈਸ਼ ਦੀ ਪ੍ਰੋਬਲਮ ਫੇਸ ਕਰਨੀ ਪੈ ਗਈ ਸੀ। ਬਟ ਟੈਕਸਟ ਐਡਮਿਨਿਸਟ੍ਰੇਟਿਵ ਹੁੰਦਾ ਜਿਹੜੇ ਆਪਣੇ ਕੰਟਰੋਲ ਸੀਗਾ ਜੋ, ਠੀਕ ਹੈ, ਉੱਪਰੋਂ ਹਾਈ ਲੈਵਲ ਦਾ ਬਹੁਤ ਵਧੀਆ ਸੀਗਾ। ਡੀਮੋਨਟਾਈਜੇਸ਼ਨ ਦੇ ਵਿੱਚ ਉਹ ਕਹਿੰਦੇ ਮੈਜ਼ਰ ਕਾਫੀ ਵਧੀਆ ਤਰੀਕੇ ਨਾਲ ਕੀਤਾ ਗਿਆ। ਕੈਸ਼ ਹੋਲਡਿੰਗ ਰਾਈਜ਼ਿੰਗ ਫਰੋਮ ਡਿਕਲੇਅਰ ਇਨਕਮ ਇਜ਼ ਰੈਡੀ ਡਿਪੋਜ਼ਿਟ ਇਨ ਬੈਂਕ। ਅਤੇ ਫਿਰ ਉਹਦੇ ਬਦਲੇ ਕੀ ਕੀਤਾ, ਐਕਸਚੇਂਜ ਫੋਰ ਨਿਊ ਨੋਟਸ, ਨਵੇਂ ਨੋਟ ਦੇ ਵਿੱਚ ਉਹਨੂੰ ਆਪਾਂ ਚੇਂਜ ਕਰ ਦਿੰਦੇ ਸੀਗੇ। ਬਟ ਉਹ ਕਹਿੰਦੇ ਦੋਜ਼ ਵਿਦ ਬਲੈਕ ਮਨੀ ਹੈਵ ਟੂ ਡਿਕਲੇਅਰ ਦੇਅਰ ਅਨਅਕਾਊਂਟਡ ਵੈਲਥ ਐਂਡ ਪੇ ਟੈਕਸਿਸ ਐਟ ਆ ਪੈਨਲਟੀ ਵਗੈਰਾ ਆਪਾਂ ਨੂੰ ਉਹਨਾਂ ਉੱਪਰ ਦੇਣੀਆਂ ਪੈਂਦੀਆਂ ਸੀਗੀਆਂ। ਫਿਰ ਆਪਣੇ ਕੋਲ ਕੀ ਹੈ, ਕਰਬ ਟੈਕਸ ਅਵੇਜ਼ਨ, ਮਤਲਬ ਜਿਹੜੀ ਆਪਣੇ ਕੋਲ ਕਰਬ ਹੁੰਦਾ ਵਾ, ਜੋ ਚੋਰੀ ਵਗੈਰਾ ਹੁੰਦੀ ਹੈ ਅਤੇ ਟੈਕਸ ਹੁੰਦਾ ਆਪਣੇ ਕੋਲੇ। ਠੀਕ ਹੈ, ਜਦੋਂ ਆਪਾਂ ਪੇ ਕਰਦੇ ਹਾਂ, ਅਵੇਜ਼ਨ ਹੁੰਦਾ ਉਹਨੂੰ ਰੋਕਣਾ। ਮਤਲਬ ਇਹ ਸਾਰੀ ਚੀਜ਼ਾਂ ਉਹ ਕਹਿੰਦੇ ਆਪਾਂ ਰੋਕਣੀਆਂ ਸ਼ੁਰੂ ਕਰਤੀਆਂ ਸੀਗੀਆਂ, ਕਿਉਂਕਿ ਸਰਕਾਰ ਨੇ ਕੀ ਸੀਗਾ ਆਪਾਂ ਨੂੰ, ਮਤਲਬ ਸਾਰਾ ਦਾ ਸਾਰਾ ਜਿਹੜੀ ਗਵਰਨਮੈਂਟ ਨੇ ਦੱਸਤਾ ਸੀਗਾ
ਕਿ ਜਿਹੜਾ ਸਾਰਾ ਸਿਸਟਮ ਕੀ ਕਰ ਦਾਂਗੇ, ਡਿਜੀਟਲਾਈਜੇਸ਼ਨ ਕੀ ਹੁੰਦਾ ਵਾ, ਇਲੈਕਟ੍ਰੋਨਿਕਲੀ ਕਰਤਾ ਸੀ, ਜਿਹਦੇ ਵਿੱਚ ਆਪਾਂ ਨੂੰ ਸਾਰੀ ਟਰਾਂਸਪੇਰੈਂਸੀ ਦਿਖਾਉਣਗੇ, ਜਿਹਦੇ ਕਰਕੇ ਉਹ ਕਹਿੰਦੇ ਆਪਣਾ ਟੈਕਸ ਇਵੇਜ਼ਨ ਸੀ, ਜੋ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਸੀ ਉਹ ਵੀ ਕੀ ਹੋਣਗੀਆਂ, ਘੱਟ ਜਾਣਗੀਆਂ। ਠੀਕ ਹੈ, ਉਹ ਘਟਣ ਨਾਲ ਆਪਣੇ ਕੋਲੇ ਕੀ ਹੋਇਆ, ਦਿਸ ਵਿਲ ਉਹ ਕਹਿੰਦੇ ਇਨਕਰੀਜ਼ ਦਾ ਟੈਕਸ ਰੈਵਨਿਊ ਆਫ ਗਵਰਨਮੈਂਟ ਬਿਕੋਜ਼ ਮੋਰ ਐਂਡ ਪੀਪਲ ਵਿਲ ਬੀ ਟੈਕਸ, ਕਿਉਂਕਿ ਵੱਧ ਤੋਂ ਵੱਧ ਲੋਕ ਉਹਨਾਂ ਉੱਪਰ ਟੈਕਸ ਲਗਾਇਆ ਜਾਊਗਾ ਅਤੇ ਉਹਨਾਂ ਦੀ ਕੀ ਹੋਊਗੀ, ਇਨਕਮ ਵਧੂਗੀ। ਫਿਰ ਆਪਣੇ ਕੋਲੇ ਕੀ ਸੀਗਾ, ਚੈਨਲਾਈਜ਼ ਸੇਵਿੰਗ ਦੇ ਵਿੱਚ ਦੱਸ ਦੇਣਾ ਵਾ ਕਿ ਆਪਾਂ ਸੇਵਿੰਗਸ ਵਗੈਰਾ ਕਰਨੀਆਂ ਸਟਾਰਟ ਕਰਤੀਆਂ। ਚੈਨਲਾਈਜ਼ ਮਤਲਬ ਆਪਾਂ ਜੋ ਸੇਵਿੰਗਸ ਸੀਗੀਆਂ ਉਹਨਾਂ ਨੂੰ ਇੱਕ ਵਧੀਆ ਪ੍ਰੋਡਕਟਿਵ ਪਰਪਸ ਦੇ ਵਿੱਚ ਲਗਾਉਣ ਲੱਗ ਗਏ, ਪ੍ਰੋਡਕਟਿਵ ਪਰਪਸ ਆਪਣੇ ਕੋਲ ਯੂਜ਼ਫੁਲ ਉੱਥੇ ਲਗਾਉਣ ਲੱਗ ਗਏ। ਡੀਮੋਨਟਾਈਜੇਸ਼ਨ ਆ ਕਹਿੰਦੇ ਇਨਟੂ ਫਾਰਮਲ ਫਾਈਨੈਂਸ਼ੀਅਲ ਸਿਸਟਮ ਦੈਟ ਇਜ਼ ਇਨਟੂ ਬੈਂਕਿੰਗ ਐਂਡ ਅਦਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਬੈਂਕਿੰਗ ਵਗੈਰਾ ਹੋ ਗਈ, ਹੋਰ ਆ ਗਈਆਂ, ਉਹਨਾਂ ਵਿੱਚ ਆਪਾਂ ਇਹਨਾਂ ਨੂੰ ਪੈਸੇ ਕੀ ਕਰਨ ਲੱਗ ਗਏ, ਜਿੰਨੇ ਵੀ ਉਹ ਕਹਿੰਦੇ ਮਰਜ਼ੀ ਇਹਦੇ ਵਿੱਚ ਜਿੰਨਾ ਮਰਜ਼ੀ ਆਪਾਂ ਕੈਸ਼ ਡਿਪੋਜ਼ਿਟ ਕਰਵਾਈਏ, ਵਿਦਡਰੋ ਕਰਵਾਈਏ, ਠੀਕ ਹੈ, ਉਹ ਸਾਰੀਆਂ ਚੀਜ਼ਾਂ ਆਪਾਂ ਕਰਵਾ ਸਕਦੇ ਸੀਗੇ। ਫਿਰ ਆਪਣੇ ਕੋਲ ਕੀ ਆ ਗਿਆ, ਟੂ ਕ੍ਰੀਏਟ ਕੈਸ਼ਲੈਸ ਇਕੋਨਮੀ ਦੇ ਵਿੱਚ ਦੱਸ ਦੇਣਾ ਵਾ ਅਨਦਰ ਫੀਚਰ ਆਫ ਡੀਮੋਨਟਾਈਜੇਸ਼ਨ ਦੀ ਸੀਗੀ, ਟੂ ਕ੍ਰੀਏਟ ਕੈਸ਼ਲੈਸ ਇਕੋਨਮੀਜ਼ ਚੈਨਲਾਈਜ਼ ਮੋਰ ਸੇਵਿੰਗ ਥਰੂ ਦਾ ਫਾਰਮਲ ਫਾਈਨੈਂਸ਼ੀਅਲ ਐਂਡ ਇੰਪਰੂਵਿੰਗ ਟੈਕਸ ਕੰਪਲਾਇੰਸ, ਟੈਕਸ ਜੋ ਵੀ ਸੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਸਹੀ ਕਰਨਾ, ਜੋ ਵੀ ਟ੍ਰਾਂਜੈਕਸ਼ਨਸ ਵਗੈਰਾ ਹੋ ਰਹੀਆਂ ਸੀਗੀਆਂ ਉਹਨਾਂ ਨੂੰ ਵੀ ਆਪਾਂ ਕੀ ਕਰਦੇ ਰਹਿਣਾ, ਸਹੀ ਕਰਦੇ ਰਹਿਣਾ, ਤਾਂ ਕਿ ਆਪਾਂ ਡਾਇਰੈਕਟ ਜੋ ਵੀ ਟੈਕਸ ਹੁੰਦਾ ਸੀ ਉਹਨਾਂ ਨੂੰ ਕਲੈਕਟ ਕਰ ਲਈਏ। ਇਹਨਾਂ ਦਾ ਇੱਕ ਹੀ ਮੋਟੋ ਸੀਗਾ ਡੀਮੋਨਟਾਈਜੇਸ਼ਨ ਦਾ, ਕਿਹਨੂੰ ਇਨਕਰੇਜ ਕਰਨਾ ਸੀਗਾ, ਕੈਸ਼ਲੈਸ ਡਿਜੀਟਲ ਇਕੋਨਮੀ, ਮਤਲਬ ਡਿਜੀਟਲ ਇਕੋਨਮੀ ਕਰਤਾ, ਇਲੈਕਟ੍ਰੋਨਿਕਲੀ ਕਰਤਾ ਸਾਰਾ ਸਿਸਟਮ ਸੀਗਾ, ਜਿਹਦੇ ਕਰਕੇ ਕੈਸ਼ਲੈਸ ਇਕੋਨਮੀ ਘੱਟ ਗਈ, ਕੈਸ਼ਲੈਸ ਆਪਾਂ ਕੈਸ਼ ਨਹੀਂ ਲੈਂਦੇ ਸੀਗੇ, ਸਾਰਾ ਸਿਸਟਮ ਕੀ ਹੋ ਗਿਆ ਆਪਣੇ ਕੋਲੇ, ਡਿਜੀਟਲਾਈਜੇਸ਼ਨ। ਫਿਰ ਆਪਣੇ ਕੋਲੇ ਕੀ ਸੀਗਾ, ਟੂ ਹਿੱਟ ਦਾ ਫੇਕ ਕਰੰਸੀ, ਹੁਣ ਆਪਣੀ ਜਿਹੜੀ ਫੇਕ ਕਰੰਸੀ ਸੀਗੀ, ਨਕਲੀ ਕਰੰਸੀ ਸੀਗੀ, ਤਾਂ ਉਹਦੇ ਉੱਪਰ ਕੀ ਸੀਗਾ, ਜੋ ਕਹਿੰਦੇ ਆਪਣੇ ਕੋਲੇ ਕੈਸ਼, ਆਪਾਂ ਕਹਿੰਦੇ ਕਿ ਕੋਈ ਚੀਜ਼ ਹਿੱਟ ਐਂਡ ਮਿਸ ਅਗਰ ਲੱਗ ਗਈ ਤਾਂ ਠੀਕ ਹੈ, ਤਾਂ ਉਵੇਂ ਉਹ ਕਹਿੰਦੇ ਡਿਜੀਟਲਾਈਜੇਸ਼ਨ ਇੱਕ ਆਪਣੇ ਕੋਲ ਸਰਜਰੀਕਲ ਅਟੈਕ ਸੀਗਾ ਔਨ ਫੇਕ ਕਰੰਸੀ ਸਰਕੂਲੇਟਿੰਗ ਇਨ ਇਕੋਨਮੀ ਦੇ ਵਿੱਚ ਜਿਹੜੀ ਸਰਕੂਲੇਟ ਹੋ ਰਹੀ ਸੀਗੀ, ਮਤਲਬ ਉਹਦੇ ਆਲੇ ਦੁਆਲੇ ਘੁੰਮਦੀ ਰਹਿੰਦੀ ਸੀ। ਡੀਮੋਨਟਾਈਜੇਸ਼ਨ ਕਨਵਰਟ ਫੇਕ ਕਰੰਸੀ ਇਨਟੂ ਅ ਮੇਅਰ ਪੀਸ ਆਫ ਪੇਪਰ, ਸਿਰਫ ਇੱਕ ਪੇਪਰ ਦੇ ਵਿੱਚ ਉਹ ਕਹਿੰਦੇ ਇਹਨੂੰ ਚੇਂਜ ਕਰਨ ਲੱਗ ਗਏ। ਫਿਰ ਇਹਨਾਂ ਦਾ ਮੇਨ ਇਹਦੇ ਪਿੱਛੇ ਆਬਜੈਕਟਿਵ ਕੀ ਸੀਗਾ ਡੀਮੋਨਟਾਈਜੇਸ਼ਨ ਦਾ, ਕਹਿੰਦੇ ਆਪਣੇ ਕੋਲੇ ਇੱਕ ਹੀ ਇਹਨਾਂ ਦਾ ਮੇਨ ਆਬਜੈਕਟਿਵ ਸੀਗਾ, ਕਿਹਨੂੰ ਆਪਾਂ ਰੋਕਣਾ ਸੀਗਾ, ਜਿਹੜੇ ਆਪਣੇ ਕੋਲ ਟੈਰਰਿਸਟ ਵਗੈਰਾ ਸੀ, ਰੇਡੀਅਸ ਗਰੁੱਪ ਵਗੈਰਾ ਜਾਂ ਇਹ ਸਾਰੀਆਂ ਚੀਜ਼ਾਂ ਸੀਗੀਆਂ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਰੋਕ ਦੇਣਾ। ਫਿਰ ਗਵਰਨਮੈਂਟ ਦੇ ਅਕੋਰਡਿੰਗ ਕੀ ਸੀ, ਗਵਰਨਮੈਂਟ ਕੀ ਕਹਿ ਰਹੀ ਸੀ, ਇਹਨਾਂ ਦਾ ਮੇਨ ਆਬਜੈਕਟਿਵ ਕੀ ਹੈ ਕਿ ਆਪਾਂ ਕਿਹਨੂੰ ਰੋਕਣਾ, ਆਪਾਂ ਪਿੱਛੇ ਪੁਆਇੰਟ ਦੇ ਵਿੱਚ ਫੀਚਰਸ ਵੀ ਕੀਤਾ ਸੀਗਾ, ਕਰਬ ਹੁੰਦਾ ਵਾ ਆਪਾਂ ਰੋਕਣਾ, ਮਤਲਬ ਚੋਰੀ ਨੂੰ ਰੋਕਣਾ, ਜੋ ਚੋਰੀ ਉਹ ਕਹਿੰਦੇ ਬਲੈਕ ਮਨੀ ਵਗੈਰਾ ਸੀਗੀ, ਉਹ ਸਾਰੀਆਂ ਚੀਜ਼ਾਂ ਨੂੰ ਵੀ ਆਪਾਂ ਰੋਕ ਦੇਣਾ। ਠੀਕ ਹੈ, ਤਾਂ ਉਹ ਜੋ ਕਾਲੇ ਧਨ ਨੂੰ ਕਹਿੰਦੇ ਬਲੈਕ ਮਨੀ ਆਉਂਦੀ ਸੀਗੀ ਅਤੇ ਉਹਦੇ ਵਿੱਚ ਸਿਰਫ ਉਹੀ ਆਮਦਨ ਆਊਗੀ, ਬਾਕੀ ਹੋਰ ਕੋਈ ਨਹੀਂ ਆ ਸਕਦੀ। ਫਿਰ ਟੂ ਹੈਲਪ ਰਿਡਿਊਸ ਇੰਟਰਸਟ ਰੇਟ ਇਨ ਬੈਂਕਿੰਗ ਸਿਸਟਮ ਦੇ ਵਿੱਚ ਵੀ ਆਪਾਂ ਇੰਟਰਸਟ ਰੇਟ ਘਟਾਉਣ ਲੱਗ ਗਏ, ਅਤੇ ਜਿਹਦੇ ਕਰਕੇ ਉਹ ਕਹਿੰਦੇ ਟੂ ਕ੍ਰੀਏਟ ਫੀਅਰ ਅਮੰਗ ਦਾ ਟੈਕਸ ਇਵੇਡਰ ਐਂਡ ਕਰਪਟ ਅਫੀਸ਼ੀਅਲਸ, ਜੋ ਵੀ ਟੈਕਸ ਨੂੰ ਲੈ ਕੇ ਆਪਣੇ ਕੋਲੇ ਹੋ ਰਿਹਾ ਸੀਗਾ ਉਹ ਸਾਰੀਆਂ ਚੀਜ਼ਾਂ ਨੂੰ ਵੀ ਆਪਾਂ ਖ਼ਤਮ ਕਰ ਦੇਣਾ, ਤਾਂ ਕਿ ਆਪਾਂ ਨੰਬਰਸ ਆਫ ਟੈਕਸ ਪੇਅਰਸ ਨੂੰ ਵਧਾ ਸਕੀਏ। ਟੂ ਹੈਲਪ ਫਾਰਮਲਾਈਜ਼ ਇੰਡੀਆਜ਼ ਇਨਫਾਰਮਲ ਇਕੋਨਮੀ, ਇਟ ਵਿਲ ਰਿਡਿਊਸ ਦ ਐਕਸਟੈਂਟ ਆਫ ਕੈਸ਼ ਟ੍ਰਾਂਜੈਕਸ਼ਨ ਐਂਡ ਹੈਲਪ ਇਨ ਕ੍ਰੀਏਸ਼ਨ ਆਫ ਕੈਸ਼ਲੈਸ ਇਕੋਨਮੀ ਮੀਨਸ ਆਪਾਂ ਕਿਹੜਾ ਸਿਸਟਮ ਕਰਤਾ, ਕੀ ਸਿਸਟਮ ਅਡੋਪਟ ਕੀਤਾ ਵਾ, ਡਿਜੀਟਲ ਸਿਸਟਮ ਉਹ ਕਹਿੰਦੇ ਅਡੋਪਟ ਕਰਨ ਨਾਲ ਆਪਾਂ ਨੂੰ ਕਾਫੀ ਜ਼ਿਆਦਾ ਬੈਨੀਫਿਟ ਹੋਇਆ। ਫਿਰ ਉਹ ਕਹਿੰਦੇ ਗਵਰਨਮੈਂਟ ਨੇ ਬਹੁਤ ਸਾਰੀਆਂ ਇਨਸੈਂਟਿਵ, ਜਦੋਂ ਆਪਾਂ ਨਵੇਂ ਪੀਪਲ ਡਿਜੀਟਲ ਟ੍ਰਾਂਜੈਕਸ਼ਨਸ ਯੂਜ਼ ਕਰਨਗੇ ਤਾਂ ਉਸ ਕੇਸ ਦੇ ਵਿੱਚ ਉਹਨਾਂ ਨੂੰ ਕਾਫੀ ਸਾਰਾ ਇਨਸੈਂਟਿਵ ਵਗੈਰਾ ਪ੍ਰੋਵਾਈਡ ਕੀਤਾ ਜਾਊਗਾ। ਫਿਰ ਆਪਣੇ ਕੋਲੇ ਕੀ ਹੈ ਕੀ ਉਹ ਕਹਿੰਦੇ ਹੈਪਨਿੰਗ ਹੋਈ ਸੀ ਇਨ ਇੰਡੀਆ ਬਿਫੋਰ 2016 ਦੇ ਵਿੱਚ, ਤਾਂ ਆਪਣੇ ਕੋਲੇ ਚਲੋ ਨੋਟਬੰਦੀ ਡੀਮੋਨਟਾਈਜੇਸ਼ਨ ਹੋਇਆ ਸੀ, ਉਦੋਂ ਪਹਿਲਾਂ ਕੀ ਹੋਇਆ ਸੀਗਾ, ਉਦੋਂ ਪਹਿਲਾਂ ਦੱਸ ਦੇਣਾ ਆਪਣੇ ਕੋਲੇ ਫਸਟ ਕਹਿੰਦੇ ਆਪਣੇ ਕੋਲ 2016 ਵਾਜ਼ ਨਾਟ ਫਸਟ ਇੰਸਟੈਂਸ ਆਫ ਡੀਮੋਨਟਾਈਜੇਸ਼ਨ ਇਨ ਇੰਡੀਆ। 1946 Reserve Bank of India has demonetized 1000 and 10,000 currency note which were then under circulation, ਜੋ ਸਰਕੂਲੇਟ ਕੀਤੇ ਜਾਂਦੇ ਸੀਗੇ ਉਦੋਂ ਉਹਨਾਂ ਨੂੰ ਵੀ ਕੀ ਕਰਤਾ, ਬੰਦ ਕਰਤਾ। ਕਦੋਂ, 1946 1000 ਅਤੇ 10,000 ਦੇ ਨੋਟ। ਫਿਰ 1954 ਦੇ ਵਿੱਚ ਉਹ ਕਹਿੰਦੇ ਗਵਰਨਮੈਂਟ ਨੇ ਨਵੀਂ ਕਰੰਸੀ ਇੰਟਰੋਡਿਊਸ ਕੀਤੀ 1000 5000 ਐਂਡ 10,000। ਫਿਰ 1978 ਦੇ ਵਿੱਚ ਆਪਣੇ ਕੋਲ ਕੀ ਹੋਇਆ, ਮੋਰੋਜੀ ਦੇਸਾਈ ਗਵਰਨਮੈਂਟ ਡੀਮੋਨਟਾਈਜੇਸ਼ਨ 1000 5000 ਐਂਡ 10,000, ਜਦੋਂ ਪਹਿਲਾਂ 54 ਦੇ ਵਿੱਚ ਕੀਤੇ ਸੀਗੇ, ਫਿਰ ਇਹਨਾਂ ਨੇ ਉਹਦੇ ਉੱਪਰ ਕੀ ਕਰਤਾ, ਉਹਨੂੰ ਬੰਦ ਕਰ ਦਿੱਤਾ ਕਿ ਇਹ ਸਾਰੀਆਂ ਚੀਜ਼ਾਂ ਆਪਾਂ
नहीं करनियां गईयां। ये सारियां आपां नूं मेन प्रॉब्लम आईयां सीगीआं। उस तो बाद विच अपने कोले की है एडवांटेज की है डीमोनेटाइजेशन दियां। एडवांटेज पहलां तां डिजिटल ट्रांजैक्शन नूं वधाउणा। हुण डिजिटल तुहानूं वर्ड क्लीयर है, डिजिटली अपने कोले की सीगा इलैक्ट्रॉनिकली आपां ट्रांजैक्शन सारियां दी सारियां कर देनियां। फिनांस मिनिस्टर के अकॉर्डिंग की सीगा कि इनक्रीज़ कर देना बाई 56% टू 1.1 बिलियन बिटवीन अक्टूबर 2016 एंड मे 17, मतलब इन्ने थोड़े टाइम दे विच आपां इन्ना ज़्यादा इनक्रीज़ कर देना, क्योंकि सारा सिस्टम की है डिजिटलाइजेशन, सारी ट्रांसपेरेंसी होगी, कोई भी परसन ये फ्रॉड वगैरह नहीं कर सकता। डिजिटलाइजेशन ਨੂੰ ਵਧਾਉਣ ਦੇ ਲਈ ਆਪਾਂ ਨੂੰ ਇੱਕ ਬੈਨੀਫਿਟ ਹੋ ਗਿਆ ਸੀਗਾ ਕਿ RBI ਨੂੰ ਘੱਟ ਕੁਆਂਟੀਟੀ ਦੇ ਵਿੱਚ ਨਵੇਂ ਨੋਟ ਪ੍ਰਿੰਟ ਕਰਨੇ ਪੈਂਦੇ ਸੀ, ਜਿਹਦੇ ਨਾਲ ਉਹਦੀ ਪ੍ਰਿੰਟਿੰਗ ਕੋਸਟ ਸੇਵ ਹੋ ਜਾਂਦੀ ਸੀਗੀ। ਹੁਣ ਉਹਨੇ ਗਵਰਨਮੈਂਟ ਨੇ ਕੀ ਲਾਂਚ ਕੀਤੀ, BHIM ਐਪ ਐਂਡ UPI ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਐਪ ਲਾਂਚ ਕੀਤੀ ਹੋਈ, ਜਿਹਦੇ ਨਾਲ ਆਪਣੇ ਕੋਲ ਡਿजिटल ट्रांजैक्शनस ਆਪਾਂ ਹੋਰ ਵੀ ਜ਼ਿਆਦਾ ਇਨਕਰੀਜ਼ ਕਰ ਸਕੀਏ। ਫਿਰ ਕੀ ਆਪਣੇ ਕੋਲ ਆ ਗਿਆ ਇਨਕਰੀਜ਼ਡ ਸੇਵਿੰਗ। ਉਹ ਕਹਿੰਦੇ ਐਜ਼ ਅ ਰਿਜ਼ਲਟ ਡੀਮੋਨਟਾਈਜੇਸ਼ਨ ਪੀਪਲ ਵਿਲ ਟੈਂਡ ਟੂ ਡਿਪੋਜ਼ਿਟ ਦੇਅਰ ਕੈਸ਼ ਇਨ ਦ ਬੈਂਕ ਰੈਦਰ ਦੈਨ ਕੀਪ ਇਟ ਹੋਮ। ਆਪਾਂ ਘਰ ਦੇ ਵਿੱਚ ਨਹੀਂ ਹੁਣ ਡਿਪੋਜ਼ਿਟ ਕਰਵਾਉਂਦੇ, ਆਪਾਂ ਨੂੰ ਇਹ ਹੁੰਦਾ ਕਿ ਆਪਾਂ ਜੋ ਸੇਵਿੰਗਸ ਕਰਾਂਗੇ ਆਪਾਂ ਨੂੰ ਉਹਦੇ ਉੱਪਰ ਇੰਟਰਸਟ ਰੇਟ ਮਿਲੂਗਾ, ਇਸੇ ਕਰਕੇ ਆਪਣੀ ਸੇਵਿੰਗਸ ਵੀ ਕੀ ਹੋ ਗਈਆਂ ਇਨਕਰੀਜ਼। ਫਿਰ ਗਵਰਨਮੈਂਟ ਦੀ ਇਨਕਮ ਵੀ ਇਨਕਰੀਜ਼ ਹੋ ਗਈ, ਕਿਹਦੇ ਕਰਕੇ, ਕਹਿੰਦੇ ਆਪਣਾ ਜਦੋਂ ਡਿਜੀਟਲਾਈਜੇਸ਼ਨ ਜਿਵੇਂ ਜਿਵੇਂ ਵੱਧ ਗਿਆ ਉਹਦੇ ਨਾਲ ਆਪਣੇ ਕੋਲ ਇਹ ਸਾਰੀਆਂ ਚੀਜ਼ਾਂ ਵੀ ਵੱਧ ਗਈਆਂ, ਜਿਹਦੇ ਨਾਲ ਆਪਣੇ ਕੋਲ ਕੀ ਹੋਇਆ ਟੈਕਸ ਅਵੇਜ਼ਨ ਵੀ ਆਪਣੇ ਕੋਲ ਰਿਡਿਊਸ ਹੋ ਗਿਆ। ਤਾਂ ਇਹਦੇ ਵਿੱਚ ਤੁਸੀਂ ਆਹ ਚੀਜ਼ ਕਹਿ ਸਕਦੇ ਹੋ ਕਿ ਆਪਣੇ ਕੋਲ ਟੈਕਸ ਅਵੇਜ਼ਨ ਜੋ ਆਪਣੇ ਔਨ ਅਗਸਤ 5 2017 ਸ਼ੋ ਆ ਗਰੋਥ ਅਬਾਊਟ 41.79% ਓਵਰ ਆ ਕੋਰਸਪੋਂਡਿੰਗ ਪੀਰੀਅਡ ਇਨ ਪ੍ਰੀਵੀਅਸ ਫਾਈਨੈਂਸ਼ੀਅਲ ਈਅਰ। ਠੀਕ ਹੈ, ਜੋ ਆਪਣੇ ਪਿਛਲੇ ਸਾਲ ਆਪਾਂ ਨੂੰ ਦਿਖਾ ਰਿਹਾ ਸੀਗਾ ਉਹਦੇ ਨਾਲੋਂ ਆਪਣੀ ਕਾफ़ी ਜ਼ਿਆਦਾ ਇੰਪਰੂਵਮੈਂਟ ਆਈ ਹੈ। ਫਿਰ ਆਪਣੇ ਕੋਲ ਲੋਅਰ ਲੈਂਡਿੰਗ ਰੇਟ ਜੋ ਆਪਾਂ ਉਧਾਰ 'ਤੇ ਦਿੰਦੇ ਹਾਂ, ਠੀਕ ਹੈ, ਉਹਦੇ ਵਿੱਚ ਵੀ ਆਪਣਾ ਲੈਂਡਿੰਗ ਰੇਟ ਵੀ ਘਟ ਗਿਆ। ਮਨੀ ਮੂਵ ਫਰੋਮ ਪੀਪਲ ਟੂ ਬੈਂਕ ਐਂਡ ਫਾਈਨੈਂਸ਼ੀਅਲ ਪਰਸਨ ਤੋਂ ਕਿੱਥੇ ਜਾਣ ਲੱਗ ਗਈ, ਬੈਂਕ ਫਾਈਨੈਂਸ਼ੀਅਲ, ਜਿਹਦੇ ਨਾਲ ਮਨੀ ਦਾ ਕੀ ਹੋਣ ਲੱਗ ਗਿਆ ਵਧੀਆ ਸਰਕੂਲੇਟ, ਮਨੀ ਸਾਰਿਆਂ ਕਿਤੇ ਜਾਣ ਲੱਗ ਗਈ, ਜਿਹਦੇ ਕਰਕੇ ਆਪਣੀ ਕੋਸਟ ਘਟ ਗਈ, ਲੈਂਡਿੰਗ ਰੇਟ ਘਟ ਗਈ। ਫਿਰ ਆਪਣੀ ਬਲੈਕ ਮਨੀ 'ਤੇ ਵੀ ਕੀ ਹੋ ਗਿਆ ਕੰਟਰੋਲ। ਬਲੈਕ ਮਨੀ ਕੰਟਰੋਲ ਹੋਣ ਨਾਲ ਆਪਾਂ ਨੂੰ ਕਾफ़ी ਜ਼ਿਆਦਾ ਬੈਨੀਫਿਟ ਹੋਇਆ ਜੋ ਟ੍ਰਾਂਜੈਕਸ਼ਨ, ਕਿਉਂਕਿ ਕਿਹੜੀਆਂ ਆਪਾਂ ਜੋ ਵੀ ਕਹਿੰਦੇ ਹੁਣ ਆਪਣਾ ਜਿਹੜਾ ਸਾਰਾ ਪ੍ਰੋਸੈਸ ਸੀਗਾ ਕੋਈ ਵੀ ਬਾਇੰਗ ਐਂਡ ਸੈਲਿੰਗ ਹਾਊਸ ਵਗੈਰਾ ਸਾਰਾ ਕੀ ਹੋਣ ਲੱਗ ਗਿਆ ਔਨਲਾਈਨ, ਡਿਜੀਟਲ ਮੋਡ ਹੋਣ ਲੱਗ ਗਿਆ। ਡਿਜੀਟਲ ਮੋਡ ਹੋਣ ਨਾਲ ਆਪਾਂ ਨੂੰ ਕਾफ़ੀ ਜ਼ਿਆਦਾ ਬੈਨੀਫਿਟ ਹੋਇਆ। ਫਿਰ ਆਪਣੇ ਕੋਲੇ ਕੀ ਸੀਗਾ ਅਬੇਟਮੈਂਟ ਇਨ ਕਰਪਸ਼ਨ ਆਪਾਂ ਕਹਿ ਸਕਦੇ ਹਾਂ ਜਿਹੜਾ ਆਪਣੇ ਕੋਲੇ ਫਰੋਡ ਵਗੈਰਾ ਹੋ ਰਹੇ ਹੈ ਉਹਨਾਂ ਤੋਂ ਆਪਾਂ ਨੂੰ ਮਤਲਬ ਛੁਟਕਾਰਾ ਮਿਲ ਜਾਣਾ। ਠੀਕ ਹੈ, ਤਾਂ ਕਹਿੰਦੇ ਕੀ ਸੀਗਾ ਮਨੀ ਅਰਨ ਬਾਈ ਦਾ ਕਰਪਟ ਅਫੀਸ਼ੀਅਲ ਗॉट ਇਮਰਜਡ ਥਰੂ ਡੀਮੋਨਟਾਈਜੇਸ਼ਨ ਸੋ ਦਾ ਕਰਪਟ ਅਫੀਸ਼ੀਅਲ ਵਿਲ ਨਾਟ ਬੀ ਮਚ ਇੰਟਰਸਟਡ ਇਨ ਟੇਕਿੰਗ ਦਾ ਬ੍ਰਾਈਬ। ਉਹ ਨਹੀਂ ਇਹ ਸਾਰੀਆਂ ਚੀਜ਼ਾਂ ਕਰ ਸਕਦੀ ਸੀਗੀ ਬਿਕੋਜ਼ ਗਵਰਨਮੈਂਟ ਕੈਨ ਆਸਕ ਦੈਮ ਟੂ ਸ਼ੋ ਦਾ ਪ੍ਰੂਫ ਆਫ ਦਾ ਇਨਕਮ, ਕਿਉਂਕਿ ਉਹ ਸਾਰੀ ਹੁਣ ਇਨਕਮ ਦਾ ਪ੍ਰੂਫ ਮੰਗਦੇ ਆ, ਤੁਸੀਂ ਕਿੱਥੋਂ ਇਨਕਮ ਜਨਰੇਟ ਕੀਤੀ, ਤੁਹਾਨੂੰ ਕਿੱਥੋਂ ਇੰਨਾ ਪੈਸਾ ਜਨਰੇਟ ਹੋਇਆ, ਉਹ ਸਾਰੀਆਂ ਚੀਜ਼ਾਂ ਇਸੇ ਕਰਕੇ ਉਹ ਕਹਿੰਦੇ ਹੁਣ ਆਪਣੀ ਕੀ ਹੋ ਗਈ ਕਰਪਸ਼ਨਸ ਵੀ ਆਪਾਂ ਨੂੰ ਛੁਟਕਾਰਾ ਮਿਲ ਗਿਆ। ਠੀਕ ਹੈ, ਤਾਂ ਉਹਨਾਂ ਦੁਆਰਾ ਜੋ ਕਮਾਈ ਜਾਂਦੀ ਇਨਕਮ ਸੀ ਉਹ ਵੀ ਹੁਣ ਕੀ ਹੋਣ ਲੱਗ ਗਈ ਬੇਕਾਰ। ਤਾਂ ਇਹਦੇ ਵਿੱਚ ਤੁਸੀਂ ਦੱਸ ਦੇਣਾ ਵਾ ਜਿਵੇਂ ਆਫਟਰ ਦਾ ਡੀਮੋਨਟਾਈਜੇਸ਼ਨ ਸੈਂਟਰਲ ਗਵਰਨਮੈਂਟ ਹੈਜ਼ ਇਸ਼ੂ ਨੋਟਿਸ ਟੂ ਮੋਰ ਦੈਨ 18 ਲੱਖ ਪੀਪਲ ਹੂ ਹੈਵ ਡਿਪੋਜ਼ਿਟ ਮਨੀ ਬਿਯੋਂਡ ਆ ਲਿਮਿਟ ਇਨ ਦੇਅਰ ਅਕਾਊਂਟ। ਅਤੇ ਇਹਦੇ ਵਿੱਚ ਕੀ ਕਰਤਾ ਕਿ 18 ਲੱਖ ਲੋਕਾਂ ਨੂੰ ਮਤਲਬ ਇਹ ਨੋਟਿਸ ਭੇਜਿਆ ਗਿਆ ਸੀਗਾ ਕਿ ਉਹਨਾਂ ਇੱਥੋਂ ਵੀ ਇੱਕ ਲਿਮਟਡ ਹੁੰਦੀ ਸੀ ਉਦੋਂ ਤੱਕ ਹੀ ਆਪਣੀ ਡਿਪੋਜ਼ਿਟ ਕਰਵਾ ਸਕਦੇ ਸੀ, ਉਦੋਂ ਵੱਧ ਨਹੀਂ ਕਰਵਾ ਸਕਦੇ ਸੀ। ਫਿਰ ਆਪਣੇ ਕੋਲੇ ਕੀ ਸੀ ਡਿਕਰੀਜ਼ ਇਨ ਨੰਬਰ ਆਫ ਕੰਟਰੀਫੇਟ ਨੋਟ। ਕੰਟਰੀਫੇਟ ਨੋਟ ਮਤਲਬ ਜਿਹੜੇ ਆਪਣੇ ਕੋਲੇ ਨਕਲੀ ਨੋਟ ਹੁੰਦੇ ਸੀਗੇ ਉਹਨਾਂ ਵਿੱਚ ਵੀ ਆਪਣੇ ਕੋਲੇ ਕੀ ਆਉਣ ਲੱਗ ਗਈ ਗਿਰਾਵਟ ਆ ਗਈ। ਨਕਲੀ ਨੋਟ ਹੁਣ ਘੱਟ ਯੂਜ਼ ਹੋਣ ਲੱਗ ਗਏ ਕਿਉਂਕਿ ਅੱਗੇ ਕੀ ਹੁੰਦਾ ਸੀ ਜਦੋਂ ਆਪਾਂ ਬਾਈ ਹੈਂਡ ਕੈਸ਼ ਲੈ ਲੈਂਦੇ ਸੀ ਆਪਾਂ ਨੂੰ ਨਹੀਂ ਪਤਾ ਲੱਗਦਾ ਸੀ ਕਈ ਵਾਰ ਅਸਲੀ ਨੋਟ ਹੈ ਨਕਲੀ ਨੋਟ ਹੈ। ਬਟ ਹੁਣ ਆਪਾਂ ਸਾਰਾ ਸਿਸਟਮ ਕੀ ਕਰਨ ਲੱਗ ਗਏ ਡਿਜੀਟਲ ਨਾਲੋਂ ਕਹਿੰਦੇ ਉਦੋਂ ਹੀ ਐਰਰ ਆ ਜਾਂਦਾ ਵਾ। ਹੁਣ ਆਪਾਂ ਵੀ ਜਦੋਂ ਟ੍ਰਾਂਜੈਕਸ਼ਨ ਮੰਨ ਲਓ ਅਗਰ ਆਪਾਂ 100 ਦੀ ਕੀਤੀ ਹੈ ਅਗਰ ਆਪਣੇ ਕੋਲ 1000 ਵੀ ਪੈ ਗਿਆ ਉੱਥੇ ਨਾਲ ਐਰਰ ਆ ਜਾਂਦੇ ਆ। ਉਵੇਂ ਉਹ ਕਹਿੰਦੇ ਇਸੇ ਕਰਕੇ ਆਪਣੇ ਕੋਲ ਐਰਰ ਆਉਣ ਲੱਗ ਜਾਂਦੇ ਸੀਗੇ, ਮਤਲਬ ਜੋ ਨਕਲੀ ਨੋਟ ਹੁੰਦੇ ਸੀ ਉਹਨਾਂ ਵਿੱਚ ਵੀ ਆਪਣੇ ਕੋਲੇ ਰਿਡਿਊਸ ਹੋ ਗਏ। ਠੀਕ ਹੈ, ਫਿਰ ਆਪਣੇ ਕੋਲੇ ਕੀ ਸੀਗਾ ਚੀਪਰ ਲੋਨ, ਆਪਾਂ ਨੂੰ ਜੋ ਲੋਨ ਵਗੈਰਾ ਸੀਗੇ ਉਹ ਸਸਤੇ ਮਿਲਣ ਲੱਗ ਗਏ। ਲੋਨ ਸਸਤੇ ਮਿਲਣ ਨਾਲ ਵੀ ਆਪਾਂ ਨੂੰ ਕਾफ़ੀ ਜ਼ਿਆਦਾ ਬੈਨੀਫਿਟ ਹੋਇਆ। ਕਹਿੰਦੇ ਨਾਓ ਬੈਂਕ ਆਰ ਪ੍ਰੋਵਾਈਡਿੰਗ ਚੀਪਰ ਪਰਸਨਲ ਲੋਨ, ਵਹੀਕਲ ਲੋਨ, ਹਾਊਸਿੰਗ ਲੋਨ, ਇਹ ਸਾਰੇ ਬਹੁਤ ਸਸਤੇ ਕਰਤੇ ਕਸਟਮਰਸ ਨੂੰ। ਘਰ ਵਾਸਤੇ ਲੈਣਾ ਵਾ, ਦੁਕਾਨ ਵਾਸਤੇ ਲੈਣਾ, ਵਹੀਕਲ ਵਾਸਤੇ ਲੈਣਾ, ਕੁਛ ਵੀ ਹੈ ਤਾਂ ਕਹਿੰਦੇ ਸਿਰਫ ਆਪਾਂ ਇੰਟਰਸਟ ਪਰਸਨਲ ਲੋਨ ਕਿੱਥੋਂ ਤੱਕ ਸੀ 18 to 20% ਬਿਫੋਰ ਡੀਮੋਨਟਾਈਜੇਸ਼ਨ ਇਜ਼ 12% ਓਨਲੀ, ਸਿਰਫ 12% ਤੋਂ ਕਹਿੰਦੇ ਆਪਣੇ ਕੋਲੇ ਰਹਿ ਗਿਆ। ਠੀਕ ਹੈ, ਉਸ ਤੋਂ ਬਾਅਦ ਵਿੱਚ ਉਹ ਕਹਿੰਦੇ ਆਪਣੇ ਕੋਲੇ ਕੀ ਹੈ ਪੈਂਡਿੰਗ ਪੇਮੈਂਟ ਰਿਸੀਵ। ਪੈਂਡਿੰਗ ਜੋ ਪਹਿਲਾਂ ਤੋਂ ਪਈਆਂ ਹੁੰਦੀਆਂ ਸੀਗੀਆਂ ਜਸਟ ਟੂ ਸਪੈਂਡ ਓਲਡ ਕਰੰਸੀ ਨੋਟ ਦਾ ਕੰਜ਼ਿਊਮਰ ਕੰਪਨੀ
पे पेंडिंग बिल टू इलैक्ट्रिसिटी वाटर एंड टैलीफोन। ठीक है, तो उस तो बाद विच की सी अपने कोले अबेटमेंट इन स्पॉन्सर्ड टैरिज्म। ਹੁਣ ਅਬੇਟਮੈਂਟ ਕੀ ਸੀ, ਆਪਾਂ ਨੂੰ ਛੁਟਕਾਰਾ ਮਿਲ ਜਾਂਦਾ ਵਾ ਜਿਹੜਾ ਜਿੰਨੇ ਵੀ ਜ਼ਿਆਦਾ ਸਪੋਂਸਰ ਵਗੈਰਾ ਸੀਗੇ ਜਾਂ ਕੁਛ ਵੀ ਸੀਗੇ ਆਪਣੇ ਅੱਤਵਾਦ ਸੀਗੇ, ਟੈਰਰਿਸਟ ਸੀਗੇ, ਉਹਨਾਂ ਤੋਂ ਵੀ ਆਪਾਂ ਨੂੰ ਕੀ ਮਿਲਣ ਲੱਗ ਗਿਆ, ਛੁਟਕਾਰਾ। ਤਾਂ ਕਹਿੰਦੇ ਯੂਜ਼ਲੀ ਕੈਸ਼ ਇਜ਼ ਮੇਡ ਮੋਡ ਆਫ ਟ੍ਰਾਂਜੈਕਸ਼ਨ ਫੋਰ ਐਂਟੀ ਸੋਸ਼ਲ ਐਕਟੀਵਿਟੀਜ਼। ਐਂਟੀ ਸੋਸ਼ਲ ਐਕਟੀਵਿਟੀਜ਼ ਹੈ, ਠੀਕ ਹੈ, ਆਪਣੇ ਕੋਲੇ ਤਾਂ ਡੀਮੋਨਟਾਈਜੇਸ਼ਨ ਕਰਬ ਦੀਜ਼ ਐਕਟੀਵਿਟੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਦਾ ਵਾ। ਜਿਵੇਂ ਕਿ ਆਪਾਂ ਨੂੰ ਇਹ ਅਬਜ਼ਰਵ ਕੀਤਾ ਗਿਆ, ਸੋ ਮੈਨੀ ਯੰਗ ਬॉयਜ਼ ਇਨ ਜੰਮੂ ਐਂਡ ਕਸ਼ਮੀਰ ਐਂਡ पाकिस्तान हैज़ इन्वॉल्व इन टेररिस्ट एक्टिविटी बिकॉज ऑफ मनी, सिर्फ और सिर्फ मनी करके। इसी करके कहते वैन इंडियन गवर्नमेंट बैंड इट्स नोट देयर वाज अ सडन अबेटमेंट इन टैरर एक्टिविटी इन जम्मू कश्मीर एंड अदर पार्ट ऑफ इंडिया। जिथे सारिया चीज़ां अपनी एक्टिविटीज़ हो रही सी टैररिस्ट एक्टिविटियाँ, उत्थे सारियां घट गई बिकॉज ऑफ जी अपने को मनी सीगी, मनी की वजह नाल सारा सिस्टम से सारा सिस्टम अपने को सैट हो गया। बट हुण कहते आप जो किसी की एडवांटेज करते हैं वो डिसएडवांटेज भी होंगी। डिसएडवांटेज की है, पहला तो कैश की शॉर्टेज आ गई। आपां नूं पता सीगा कि इक्को दम डीमोनेटाइजेशन आउण दे नाल आपां नूं बहुत सारियां प्रॉब्लम आपां नूं इक्को दम कहंदे लेट टू चाउज पीपल फेस डिफिकल्टी, मतलब एक दूजे जिवें आपां भज दौड़ करदे हैं तो वो मच गई। कहंदे सारियां चीज़ां दे विच आपां नूं मेन प्रॉब्लम आउण लग गई। तो लंबिया लंबिया लाइनां दे विच खड़न लग गए। ठीक है, ATM वगैरह दे विच भी बहुत भीड़ होने लग गई। कैश की मतलब कैश की बहुत प्रॉब्लम आने लग गई। तो सारिਆਂ ਨੂੰ पता डीमोनेटाइजेशन करके आपां नूं कैश की कितनी प्रॉब्लम आई सी। फिर एक्सपैक्टेड रिजल्ट नॉट अचीव, जो आपां रिजल्ट सोचिया सी कि इन्ना आऊगा तो वो उन्नी चीज़ नहीं आएगी। ठीक है, तो कहते जिवें रिजर्व बैंक इंडिया के अकॉर्डिंग की सीगा अमाउंट ऑफ 16,000 crore did not come back to the bank, which can be considered as the profit of the government, but the government spent 7,965 crore on printing of new note। भी उन्होंने नवे नोट के उपर इन्ना पैसा लगाता, सो इट डिडक्ट द अमाउंट ऑफ 16,000 जो इन्होंने माइनस किया, सिर्फ अपने को किन्नी टोटल प्रॉफिट सिर्फ इन्ना, तो पैसे आप इन्ने लगाते तो इन्ना ही आपको सिर्फ मिलना, मतलब आ 16,000 के माइनस कर देना वा। फिर उस बाद इंडस्ट्रीयल आउटपुट अपनी घटन लग गई। इंडस्ट्रीयल के जोड़ा सीगा, इंडस्ट्रीयल के सब तो पहला वो भी तुसीं दस देना वा अपने को ग्रोथ ऑफ सीमेंट स्टील रिफाइनरी प्रोडक्ट 38 सीगी। बट जो तो अपना नवंबर के अपना ही लॉन्च किया, सिर्फ कितना रह गया 4.9 एज़ कंपेयर टू आप अगले मंथ 6.6। 38 तो 4.9 और 6.6 रह गया, कितनी वड्डी मेन प्रॉब्लम आ गई। फिर वो कहते कोई करप्शन के कोई रोक नहीं होएगी, उन्होंने कोई छुटकारा नहीं मिलिया है, उवें अपने को वाधते गए। ठीक है, आप देखते पे थे रीसेंट रिपोर्ट रिलीज बाय ट्रांसपेरेंसी इंटरनेशनल से दैट इंडिया इज़ मोस्ट करप्ट कंट्री इन एशिया। इन 5 of the 6 public services, school, hospital, ID document, police, utility services, more than half 69% respondent हैड टू अ ब्राइब। भी वो रिश्वत वगैरह लैन लग गए, इन्ने ज़्यादा लोग आ सारिया चीज़ां, इस करके आप कहते किसी तरह की कोई भी रोक नहीं आई। फिर अपने को की सीगा द लॉजिक ऑफ लैक ऑफ टैरिज्म आप कित्थे घटाए सीगे, जम्मू एंड कश्मीर। जम्मू एंड कश्मीर के उवें कहते अपने टैररिस्ट एक्टिविटी जम्मू एंड कश्मीर के अपने को बाकी होर रैसट ऑफ वर्ड से उत्थे भी बहुत ज़्यादा वाधे गए, काफ़ी सारे एक्सीडेंट्स होंदे गए, काफ़ी सारिया बेसिस के उपर मेन आपां नूं प्रॉब्लम। फिर नोट प्रिंटिंग कॉस्ट से भी आपां नूं प्रॉब्लम आई। वो कहते जिमें जिमें रिजर्व बैंक ऑफ इंडिया ने सारिया इनक्रीज़ करतियाँ इन्नियां। ठीक है, तो वो अपने को जो फाइनैंशियल ईयर है, फाइनैंशियल ईयर 17 तो आ 16 के इन्नी सीगी, पहला इन्नी सीगी सिर्फ कॉस्ट, तो हुण इन्नी कॉस्ट वध गई, इस करके आपां नूं मेन प्रॉब्लम आ गई। फिर नो रिडक्शन इन फेक नोट्स के भी कोई रिडक्शन नहीं आई, उवें जिहड़े अपने नकली नोट होंदे आ उवें वो चलते गए। उस बाद इंपलॉयमेंट भी अपनी घटती गई। ठीक है, इंपलॉयमेंट आप देखते हो कितना ज़्यादा अपना फर्क पै गया सीगा, क्योंकि उन्होंने काम वगैरह नहीं मिले। ये सारिया चीज़ों के भी आपां नूं बहुत सारी प्रॉब्लम आई। तो दस देना वा जिमें जिमें अपने को 2016 के सिर्फ पहला किन्नी सीगी 40% सीगी। ठीक है, उस बाद अपने को की होगी 2016 दिसंबर के 406.5 मिलियन। तो कहते की 17 अपने को किन्नी सीगी 405। इस करके वो कहते अपने को काफ़ी सारा चेंज होंदा गया। एग्रीकल्चर पर भी बहुत सारा इंपैक्ट पाया। एग्रीकल्चर जोड़ा अपने को सीगा, एग्रीकल्चर सिस्टम अपना डिपेंड काहदे उपर सीगा, ज़्यादा तो ज़्यादा मतलब नोट वगैरह आप लैने होंदे सीगे। तो कहते डीमोनेटाइजेशन करके आपां नूं भी, क्योंकि ड्यू टू स्कर्सिटी होंदा वा लिमिटेड रिसोर्सिज ऑफ न्यू
ਬੈਂਕ ਨੋਟ ਮੈਨੀ ਫਾਰਮਰਸ ਇਨ ਸਫੀਸ਼ੀਐਂਟ ਕੈਸ਼ ਟੂ ਪਰਚੇਸ ਸੀਡਸ, ਉਹਨਾਂ ਕੋਲ ਨਹੀਂ ਹੁੰਦੀਆਂ ਸੀ ਸੀਡਸ ਖਰੀਦ ਸਕਣ, ਫਰਟੀਲਾਈਜ਼ਰ, ਪੈਕਟੀਸਾਈਡ ਅਤੇ ਜੋ ਵੀ ਕ੍ਰੌਪਸ ਵਗੈਰਾ ਹੁੰਦੀਆਂ ਸੀ। ਇਸੇ ਕਰਕੇ ਆਪਾਂ ਨੂੰ ਮੇਨ ਪ੍ਰੋਬਲਮ ਆਈ ਐਗਰੀਕਲਚਰ 'ਤੇ, ਇਹਨੇ ਬਹੁਤ ਸਾਰਾ ਇੰਪੈਕਟ ਪਾਇਆ। ਫਿਰ ਆਪਣੇ ਕੋਲ ਕੀ ਆ ਗਿਆ, ਫਾਲ ਇਨ ਹੈਲਪ ਇਨ ਫੇਲਸ ਟੂ ਹੈਲਪ ਇਨ ਕੈਸ਼ਲੈਸ ਇਕੋਨਮੀ। ਕੈਸ਼ਲੈਸ ਇਕੋਨਮੀ ਜਿਹੜੀ ਆਪਣੀ ਸੀਗੀ, ਉਹ ਕਹਿੰਦੇ ਇਹਦੇ ਵਿੱਚ ਵੀ ਆਪਣੀ ਫੇਲ ਹੋ ਗਏ, ਉਹ ਸਾਰੀ ਕੈਸ਼ਲੈਸ ਹੋ ਗਈ ਆਪਣੇ ਕੋਲ ਜੋ ਵੀ ਸਾਰਾ ਸਿਸਟਮ ਸੀਗਾ, ਠੀਕ ਹੈ। ਤਾਂ ਕਹਿੰਦੇ ਡੀਮੋਨਟਾਈਜੇਸ਼ਨ ਨੇ ਜਿਹੜੀ ਆਪਣੇ ਕੋਲ ਚੈਨਲਾਈਜ਼ ਪ੍ਰੋਡਕਟਿਵ ਪਰਪਸ ਸੀਗੇ ਉਹ ਵੀ ਸਾਰੇ ਆਪਣੇ ਕੋਲ ਰਿਡਿਊਸ ਹੋ ਗਏ। ਫਿਰ ਜਿਹਦੇ ਕਰਕੇ ਆਪਣੀ ਜਿਹੜੀ GDP ਗਰੋਥ ਸੀਗੀ ਉਹਦੇ 'ਤੇ ਵੀ ਬਹੁਤ ਫਰਕ ਪਿਆ। GDP ਜਿਹੜੀ ਉਹ ਕਹਿੰਦੇ ਕਿੰਨੀ ਗਰੋਥ ਸੀਗੀ ਆਪਣੇ ਕੋਲ ਸੈਪਟੈਂਬਰ ਦੇ ਵਿੱਚ 7.5 ਸੀਗੀ, ਬਟ 17 ਦੇ ਵਿੱਚ ਆ ਕੇ ਕਿੰਨੀ ਰਹਿ ਗਈ 5.7, ਜਦ ਕਿ ਉਹ ਕਹਿੰਦੇ ਹੁਣ ਰਿਡਿਊਸ ਆਪਣੇ ਕੋਲ ਬਿਲਕੁਲ। ਇਹ ਕਾਰਨ ਕੀ ਹੋ ਗਿਆ 1.5 ਇਨ ਇੰਡੀਆ ਮੈਂਸ਼ਨ ਦੈਟ ਸਪੈਂਡ ਨੀਅਰਲੀ, ਇਹ ਸਾਰੇ ਡਿਫੈਂਸ ਸੈਕਟਰ, ਅਤੇ ਇਸੇ ਕਰਕੇ ਕਹਿੰਦੇ ਮੇਨ ਆਪਾਂ ਨੂੰ ਪ੍ਰੋਬਲਮ ਆਉਣ ਲੱਗ ਗਈ। ਫਿਰ ਆਪਣੇ ਕੋਲ ਅਕਰੈਂਸ ਆਫ ਡੈਥ ਵਗੈਰਾ ਦੇ ਜੋ ਇਹ ਸਾਰੀਆਂ ਚੀਜ਼ਾਂ ਡੈਥ ਵਗੈਰਾ ਹੋਣੀਆਂ ਸ਼ੁਰੂ ਹੋ ਗਈਆਂ। ਹੁਣ ਆਪਾਂ ਨੂੰ ਪਤਾ ਕੋਵਿਡ-19 ਆ, ਕੋਵਿਡ-19 ਕਰਕੇ ਵੀ ਬਹੁਤ ਸਾਰੀਆਂ ਕਈ ਪਰਸਨ ਨੇ ਤਾਂ ਇਸੇ ਕਰਕੇ ਆਪਣੇ ਕੋਲ ਆਹ ਸਾਰੀਆਂ ਚੀਜ਼ਾਂ ਕਰ ਲਈਆਂ ਕਿ ਉਹਨਾਂ ਨੂੰ ਮਨੀ ਵਗੈਰਾ ਨਹੀਂ ਮਿਲਦੀ ਸੀਗੀ। ਮਨੀ ਵਗੈਰਾ ਨਾ ਮਿਲਣ ਕਰਕੇ ਉਹ ਕਹਿੰਦੇ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮ ਆਈਆਂ, ਜਿਹਦੇ ਕਰਕੇ ਡੈਥ ਵਗੈਰਾ ਆਪਣੀ ਬਹੁਤ ਜ਼ਿਆਦਾ ਵਧਣ। ਲਾਸਟ 'ਚ ਆਪਾਂ ਕੀ ਕਹਿ ਸਕਦੇ ਹਾਂ ਕਿ ਇਹਨੇ ਬਲੈਕ ਮਨੀ ਨੂੰ ਰੋਕਣ ਦੇ ਲਈ ਬਹੁਤ ਕੁਛ ਕੀਤਾ, ਬਟ ਆਪਣੇ ਕੋਲ ਪ੍ਰੋਪਰ ਪਲੈਨਿੰਗ ਨਾ ਹੋਣ ਕਰਕੇ ਉਵੇਂ ਦੇ ਐਕਸਪੈਕਟਡ ਰਿਜ਼ਲਟ ਨਹੀਂ ਆਏਗੇ, ਠੀਕ ਹੈ। ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਡੀਮੋਨਟਾਈਜੇਸ਼ਨ ਕਦੋਂ ਆਪਣਾ ਇੰਪਲੀਮੈਂਟ ਹੋਇਆ ਸੀ 8 ਨਵੰਬਰ, ਠੀਕ ਹੈ 2016 ਦੇ ਵਿੱਚ। ਤੁਹਾਨੂੰ 1 ਮਾਰਕਸ ਦਾ ਕੁਐਸਚਨ ਪੁੱਛਿਆ ਜਾ ਸਕਦਾ ਵਾ, ਬਹੁਤ ਇੰਪੋਰਟੈਂਟ ਹੈ।